ਸਾਰਿਆਂ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਕ੍ਰਿਸਮਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਤੇ ਅਸੀਂ ਜਿੱਥੇ ਜਿੱਥੇ ਵੀ ਪ੍ਰਭੂ ਦੇ ਬਚਨ ਲਈ ਚਰਚਾਂ ਲੱਗਦੀਆਂ ਨੇ, ਉਹਨਾਂ ਜਗ੍ਹਾਵਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਦਾ ਆਤਮਾ ਹਰ ਇੱਕ ਚਰਚ ਦੇ ਵਿੱਚ ਆਪਣੇ ਡਿਵਾਈਨ ਹੈਲਪਰ ਭੇਜੇ ਅਤੇ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਘਟੀ ਨਾ ਆਉਣ ਦੇਵੇ, ਪੈਸੇ ਪੱਖੋਂ ਜਾਂ ਕਰਮਚਾਰੀਆਂ ਪੱਖੋਂ। ਜਾਂ ਫਿਰ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਸ਼ਰਾਰਤੀ ਅਨਸਰ ਨੁਕਸਾਨ ਪਹੁੰਚਾਉਂਦੇ ਨੇ। ਪਰਮੇਸ਼ਵਰ ਦਾ ਆਤਮਾ ਅਤੇ ਪ੍ਰਭੂ ਦੇ ਸਵਰਗਦੂਤਾਂ ਦੀ ਡਾਰ ਸਾਰਾ ਬੰਦੋਬਸਤ ਆਪਣੇ ਹੱਥਾਂ ਵਿੱਚ ਰੱਖੇ। ਮੌਸਮ ਪੱਖੋਂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਨਾ ਹੋਵੇ, ਤਾਂ ਕਿ ਪ੍ਰਭੂ ਦਾ ਸੁਸਮਾਚਾਰ ਫੈਲਣ ਦੇ ਵਿੱਚ ਦੇਰੀ ਨਾ ਹੋਵੇ। ਕਿਉਂਕਿ ਪ੍ਰਭੂ ਨੇ ਕਿਹਾ, ਜਦੋਂ ਤੱਕ ਮੇਰਾ ਸੁਸਮਾਚਾਰ ਹਰ ਇੱਕ ਜਗ੍ਹਾ 'ਤੇ ਪਹੁੰਚ ਨਾ ਜਾਵੇਗਾ ਅਤੇ ਉਦੋਂ ਤੱਕ ਮੈਂ ਨਹੀਂ ਆਵਾਂਗਾ। ਅਸੀਂ ਸਾਰੇ ਪ੍ਰਭੂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ। ਅਤੇ ਜਿੰਨੇ ਵੀ ਪ੍ਰਭੂ ਨੂੰ ਪਿਆਰ ਕਰਦੇ ਆ, ਹਰ ਜਗ੍ਹਾ 'ਤੇ ਪ੍ਰਭੂ ਦਾ ਸੁਸਮਾਚਾਰ ਸੁਣਾਉਣ ਦੇ ਵਿੱਚ, ਫੈਲਾਉਣ ਦੇ ਵਿੱਚ ਜੁਟੇ ਰਹੋ। ਅਤੇ ਆਪਾਂ ਗੱਲ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਕਿਉਂ ਜਨਮ ਲੈਣ ਦੀ ਜ਼ਰੂਰਤ ਪਈ। ਬਾਈਬਲ ਮੁਕੱਦਸ ਦੱਸਦਾ ਹੈ ਕਿ ਜਿਸ ਤਰ੍ਹਾਂ ਇੱਕ ਆਦਮੀ ਦੁਆਰਾ ਧਰਤੀ ਦੇ ਉੱਤੇ ਪਾਪ ਆਇਆ, ਉਸੇ ਤਰ੍ਹਾਂ ਇੱਕ ਆਦਮੀ ਦੁਆਰਾ ਧਰਤੀ ਦੇ ਉੱਤੇ ਦੁਬਾਰਾ ਜੀਵਨ ਆਇਆ। ਉਹ ਆਦਮੀ ਸੀ ਯਿਸੂ ਮਸੀਹ ਨਾਸਰੀ, ਜਿਸ ਨੇ ਸਾਡੇ ਵਿੱਚ ਦੁਬਾਰਾ ਤੋਂ ਜੀਵਨ ਨੂੰ ਪੈਦਾ ਕੀਤਾ। ਸੋ ਆਪਾਂ ਪਾਪ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਪਾਪ ਧਰਤੀ ਦੇ ਉੱਤੇ ਪਾਪ ਆਇਆ। ਅਤੇ ਜਦੋਂ ਪਰਮੇਸ਼ਵਰ ਨੇ ਧਰਤੀ ਦੀ ਰਚਨਾ ਕੀਤੀ, ਸ੍ਰਿਸ਼ਟੀ ਦੀ ਰਚਨਾ ਦੇ ਸਾਰੇ ਕੰਮ ਮੁਕੰਮਲ ਹੋਣ ਤੋਂ ਬਾਅਦ ਪਰਮੇਸ਼ਵਰ ਨੇ ਇੱਕ ਆਦਮ ਨੂੰ ਆਪਣੇ ਸਰਵਰੂਪ ਬਣਾਇਆ। ਅਤੇ ਪਰਮੇਸ਼ਵਰ ਨੂੰ ਲੱਗਾ ਕਿ ਜਦੋਂ ਆਦਮ ਸਾਰੀ ਸ੍ਰਿਸ਼ਟੀ ਦੇ ਉੱਤੇ, ਕਾਇਨਾਤ ਦੇ ਉੱਤੇ ਜਿੰਨੇ ਵੀ ਧਰਤੀ ਦੀਆਂ ਕੁਦਰਤੀ ਚੀਜ਼ਾਂ ਸੀ, ਜਾਂ ਉੱਡਣ ਵਾਲੀਆਂ, ਰੁੜਨ ਵਾਲੀਆਂ, ਜਾਂ ਪਾਣੀ ਦੇ ਵਿੱਚ ਰਹਿਣ ਵਾਲੀਆਂ, ਸਾਰੀਆਂ ਦੇ ਉੱਤੇ ਪਰਮੇਸ਼ਵਰ ਨੇ ਉਸ ਨੂੰ ਅਧਿਕਾਰੀ ਠਹਿਰਾਇਆ। ਅਤੇ ਪਰ ਪ੍ਰਭੂ ਨੂੰ ਲੱਗਿਆ ਕਿ ਆਦਮ ਫਿਰ ਵੀ ਇਕੱਲਾ ਆ। ਪਰਮੇਸ਼ਵਰ ਨੇ ਫਿਰ ਉਸ ਨੂੰ ਗੂੜੀ ਨੀਂਦ ਦੇ ਵਿੱਚ ਸੁਲਾ ਕੇ ਉਸ ਦੀ ਹੀ ਪਸਲੀ ਤੋਂ ਇੱਕ ਔਰਤ ਨੂੰ ਬਣਾਇਆ, ਜੋ ਉਸ ਦੇ ਲਈ ਇੱਕ ਪਤਨੀ ਦੇ ਰੂਪ ਦੇ ਵਿੱਚ ਉਹਨੂੰ ਦਿੱਤੀ ਗਈ। ਅਤੇ ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਦੀਆਂ ਸਾਰੀਆਂ ਆਗਿਆਵਾਂ ਨੂੰ ਜਾਣਨ ਵਾਲਾ ਉਹ ਆਦਮ, ਜਦੋਂ ਉਸਦੇ ਕੋਲ ਉਹ ਇਸਤਰੀ ਆਈ ਅਤੇ ਉਹ ਆਪਣੀ ਇਸਤਰੀ ਦੇ ਪਿੱਛੇ ਲੱਗਾ, ਪਰਮੇਸ਼ਵਰ ਨੂੰ ਛੱਡ ਕੇ ਉਹ ਇਸਤਰੀ ਦੇ ਪਿਆਰ ਦੇ ਵਿੱਚ ਫਸ ਗਿਆ। ਪਰਮੇਸ਼ਵਰ ਦੀ ਆਗਿਆਵਾਂ ਨੂੰ ਉਹ ਭੁੱਲ ਗਿਆ। ਜੋ ਪਰਮੇਸ਼ਵਰ ਨੇ ਕਿਹਾ ਸੀ ਕਿ ਹਰ ਇੱਕ ਚੀਜ਼ ਨੂੰ ਜੋ ਧਰਤੀ ਦੇ ਉੱਤੇ ਮੈਂ ਬਣਾਈ ਆ, ਛੂਵੀਂ, ਖਾਵੀਂ, ਜਾਂ ਕਿਤੇ ਵੀ ਜਾਈਂ, ਘੁੰਮੀ ਫਿਰੀ, ਸਭ ਕੁਝ ਤੇਰੇ ਲਈ ਜਾਇਜ਼ ਆ, ਪਰ ਤੂੰ ਅਦਨ ਦੇ ਬਾਗ ਦੇ ਵਿੱਚ ਲੱਗੇ ਹੋਏ ਇਸ ਬੁੱਧੀ ਦੇ ਫਲ ਨੂੰ ਨਾ ਖਾਵੀਂ, ਜਿਹਨੂੰ ਆਪਾਂ ਕਹਿੰਦੇ ਹਾਂ ਬੁੱਧੀ ਦਾ ਫਲ। ਹਾਂਜੀ, ਅਤੇ ਉਹਨੂੰ ਤੂੰ ਨਾ ਖਾਵੀਂ ਨਾ ਉਸ ਤੋਂ। ਅਤੇ ਉਸ ਤੋਂ ਬਾਅਦ ਇੱਕ ਜੀਵਨ ਦਾ ਰੁੱਖ ਸੀ, ਜਿਹਦੇ ਵਿਸ਼ੇ ਦੇ ਵਿੱਚ ਪਰਮੇਸ਼ਵਰ ਨੇ ਬਾਅਦ 'ਚ ਗੱਲ ਕੀਤੀ ਆ। ਅਤੇ ਜਿਹੜਾ ਬੁੱਧੀ ਦਾ ਰੁੱਖ ਸੀਗਾ, ਸ਼ੈਤਾਨ ਨੇ ਹਵਾ ਨੂੰ ਭਰਮਾਇਆ, ਅਤੇ ਹਵਾ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਉਸਨੇ ਉਸ ਬੁੱਧੀ ਦੇ ਰੁੱਖ ਤੋਂ ਫਲ ਖਾਧਾ ਅਤੇ ਪਰਮੇਸ਼ਵਰ ਦੀ ਆਗਿਆ ਨੂੰ ਤੋੜਿਆ। ਫਿਰ ਸੈਕੰਡਲੀ ਕਿ ਉਸਨੇ ਆਪਣੇ ਪਤੀ ਨੂੰ ਵੀ ਭਰਮਾ ਲਿਆ ਕਿ ਮੈਂ ਸੱਪ ਦੇ ਮਗਰ ਲੱਗ ਕੇ ਫਲ ਖਾਧਾ ਅਤੇ ਤੂੰ ਵੀ ਇਸ ਨੂੰ ਖਾ, ਅਤੇ ਉਸਨੇ ਵੀ ਉਸਦੇ ਮਗਰ ਲੱਗ ਕੇ ਫਲ ਖਾਧਾ, ਅਤੇ ਉਹਨਾਂ ਨੇ ਪ੍ਰਭੂ ਦੀ ਪਹਿਲੀ ਆਗਿਆ ਤੋੜ ਦਿੱਤੀ। ਜਿਸ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਸ਼ਰਾਪ ਦਿੱਤਾ ਅਤੇ ਪਾਪ ਉਹਨਾਂ ਦੀਆਂ ਜ਼ਿੰਦਗੀਆਂ ਦਾ ਹਿੱਸਾ ਬਣ ਗਿਆ। ਪ੍ਰਭੂ ਨੇ ਕਿਹਾ ਕਿ ਤੁਸੀਂ ਆਪਣੀ ਮਹਿਮਾ ਵਾਲੇ ਬਸਤਰਾਂ ਨੂੰ ਖੋਹ ਲਿਆ ਅਤੇ ਹੁਣ ਤੁਸੀਂ ਇੱਕ ਮੁਕੰਮਲ ਏਜ ਤੱਕ ਜੀਂਦੇ ਰਹੋਗੇ, ਅਤੇ ਤੁਸੀਂ ਫਿਰ ਜਿਸ ਤਰ੍ਹਾਂ ਤੁਹਾਨੂੰ ਮੈਂ ਮਿੱਟੀ ਤੋਂ ਬਣਾਇਆ, ਮਿੱਟੀ ਬਣ ਜਾਓਗੇ। ਸੋ ਅਸੀਂ ਅੱਜ ਦੇਖਦੇ ਹਾਂ ਕਿ ਬੜਿਆਂ ਟਾਈਮਾਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਬੈਤਲਹਮ ਦੀ ਧਰਤੀ ਦੇ ਵਿੱਚ ਜਨਮ ਲਿਆ ਅਤੇ ਸਾਨੂੰ ਉਸਨੇ ਆਪਣੇ ਮਹਿਮਾ ਵਾਲੇ ਬਸਤਰ ਫੇਰ ਤੋਂ ਪਵਾਏ। ਪ੍ਰਭੂ ਯਿਸੂ ਮਸੀਹ ਨੂੰ ਸਾਡਿਆਂ ਹੀ ਪਾਪਾਂ ਦੇ ਕਾਰਨ ਇਸ ਧਰਤੀ 'ਤੇ ਜਨਮ ਲੈਣਾ ਪਿਆ। ਬਾਈਬਲ ਦੱਸਦੀ ਆ ਕਿ ਪੁਰਾਣੇ ਸਮੈਸਟਰ ਦੇ ਵਿੱਚ ਲਿਖਿਆ ਹੈ ਕਿ ਹਰ ਉਹ ਬੰਦਾ ਜੋ ਅਪਰਾਧ ਕਰਦਾ ਹੈ, ਉਸ ਨੂੰ ਕਰੂਸ ਦੇ ਉੱਤੇ, ਲੱਕੜੀ ਦੇ ਉੱਤੇ ਚੜ੍ਹਾ ਦਿੱਤਾ ਜਾਵੇ। ਬਾਈਬਲ ਪੂਰੇ ਤੌਰ 'ਤੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਨੂੰ ਬਿਆਨ ਕਰਦੀ ਆ। ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਕਿ ਬਾਈਬਲ ਦੇ ਵਿੱਚ ਕਿਤੇ ਵੀ ਅਜਿਹੀ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਵੀ ਪ੍ਰਭੂ ਯਿਸੂ ਮਸੀਹ ਦਾ ਕੋਈ ਦੋਸ਼ ਸਾਬਿਤ ਕੀਤਾ ਜਾਵੇ। ਸੋ ਪ੍ਰਭੂ ਯਿਸੂ ਮਸੀਹ ਜਗਤ ਦੇ ਮੁਕਤੀਦਾਤਾ ਸੀ ਅਤੇ ਹੈ। ਪ੍ਰਭੂ ਯਿਸੂ ਮਸੀਹ ਨੇ ਮੁਰਦਿਆਂ ਨੂੰ, ਲੰਗੜਿਆਂ ਨੂੰ, ਕੋੜੀਆਂ ਨੂੰ ਅਤੇ ਅਧਰੰਗੀਆਂ ਨੂੰ ਚੰਗੇ ਕੀਤਾ। ਦੁਸ਼ਟ ਆਤਮਾਵਾਂ ਦੇ ਵਿੱਚ ਫਸੇ ਹੋਇਆਂ ਨੂੰ ਆਜ਼ਾਦ ਕੀਤਾ, ਬੰਦੀਆਂ ਨੂੰ ਛੁਡਾਇਆ। ਪ੍ਰਭੂ ਯਿਸੂ ਮਸੀਹ ਨੇ ਸਮੇਂ ਸਮੇਂ 'ਤੇ
ਵੱਡੀਆਂ ਵੱਡੀਆਂ ਪ੍ਰੋਫੈਸੀਆਂ ਵੀ ਕੀਤੀਆਂ। ਤੇ ਅਸੀਂ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਇੱਕ ਨਰਮ ਦਿਲ ਸੀ। ਬਾਈਬਲ ਬਿਆਨ ਕਰਦੀ ਆ ਕਿ ਉਹ ਪਰਮੇਸ਼ਵਰ ਦਾ ਪੁੱਤਰ ਹੋ ਕੇ ਵੀ ਆਪਣੇ ਆਪ ਨੂੰ ਨਰਮ ਰੱਖਦਾ ਸੀਗਾ। ਕਿਹਾ ਕਿ ਬਾਈਬਲ ਬਿਆਨ ਕਰਦੀ ਆ ਕਿ ਉਹ ਖੁਦ ਪਰਮੇਸ਼ਵਰ ਦੇ ਸਰਵਰੂਪ ਸੀ, ਪਰ ਉਸਨੇ ਪਰਮੇਸ਼ਵਰ ਦੇ ਸਰਵਰੂਪ ਹੋ ਕੇ ਵੀ ਆਪਣੇ ਆਪ ਨੂੰ ਜ਼ੀਰੋ ਕਰ ਲਿਆ, ਆਪਣੇ ਆਪ ਨੂੰ ਬਿਲਕੁਲ ਜ਼ੀਰੋ ਕਰ ਲਿਆ। ਤੇ ਉਹ ਸਾਡੇ ਵਿੱਚ ਆ ਕੇ ਰਿਹਾ ਤੇ ਉਸਨੇ ਸਾਡੇ ਹੀ ਤਰ੍ਹਾਂ ਜੋ ਸਾਡੇ ਤੇ ਤਾੜਨਾ ਸੀਗੀ, ਜੋ ਅਸੀਂ ਜਿੱਦਾਂ ਕਿ ਆਪਣੀਆਂ ਉਸਨੇ ਸ਼ਕਤੀਆਂ ਦਾ ਕੋਈ ਵੀ ਇਸਤੇਮਾਲ ਨਹੀਂ ਕੀਤਾ। ਪ੍ਰਭੂ ਯਿਸੂ ਮਸੀਹ ਚਾਹੁੰਦੇ ਤਾਂ ਉਹ ਕਰੂਸ ਦੀ ਤਾੜਨਾ ਤੋਂ ਬਚ ਵੀ ਸਕਦੇ ਸੀ, ਪਰ ਪ੍ਰਭੂ ਯਿਸੂ ਮਸੀਹ ਨੇ ਸਾਡੀ ਹੀ ਖਾਤਰ ਉਸ ਕਰੂਸ ਦੀ ਤਾੜਨਾ ਨੂੰ ਝੱਲਿਆ। ਤੇ ਆਪਾਂ ਗੱਲ ਕਰਦੇ ਹਾਂ ਕਿ ਪਵਿੱਤਰ ਆਤਮਾ ਦੁਆਰਾ ਯਿਸੂ ਮਸੀਹ ਦਾ ਜੋ ਜਨਮ ਹੋਇਆ ਮਾਤਾ ਮਰੀਅਮ ਦੇ ਕੁੱਖ ਦੇ ਵਿੱਚੋਂ। ਸੋ ਅੱਜ ਆਪਾਂ ਗੱਲ ਕਰਦੇ ਹਾਂ ਕਿ ਉਸ ਸਮੇਂ ਜਦੋਂ ਇਹ ਪ੍ਰੋਫੈਸੀਆਂ ਹੋਈਆਂ ਸੀ, ਜਦ ਕਿ ਬਾਈਬਲ ਦੇ ਵਿੱਚ ਉਤਪਤੀ ਦੀ ਬੁੱਕ ਦੇ ਵਿੱਚ ਪਹਿਲੀ ਪ੍ਰੋਫੈਸੀ ਪਰਮੇਸ਼ਵਰ ਨੇ ਖੁਦ ਕੀਤੀ, ਜਦੋਂ ਔਰਤ ਨੂੰ ਸ਼ਰਾਪ ਦਿੱਤਾ ਗਿਆ ਕਿ ਔਰਤ ਜਦੋਂ ਬੱਚੇ ਨੂੰ ਜਨਮ ਦੇਵੇਗੀ ਉਹ ਪੀੜਾ ਨੂੰ ਝੱਲੇਗੀ, ਅਤੇ ਜੋ ਉਸਦੇ ਗਰਭ ਤੋਂ ਬੱਚਾ ਪੈਦਾ ਹੋਵੇਗਾ ਉਸਦਾ ਉਸਨੇ ਸ਼ੈਤਾਨ ਦੇ ਨਾਲ ਬੈਰ ਦੱਸਿਆ, ਕਿਉਂਕਿ ਕੀ ਲਿਖਿਆ ਕਿ ਉਹ ਉਸਦੇ ਪੈਰ ਨੂੰ ਡੰਗ ਮਾਰੇਗਾ, ਅੱਡੀ ਤੇ ਡੰਗ ਮਾਰੇਗਾ, ਅਤੇ ਉਹ ਬੱਚਾ ਹੀ ਮਤਲਬ ਉਸਦੀ ਅੱਡੀ ਦੇ ਨਾਲ ਉਹਦੀ ਸਿਰੀ ਨੂੰ ਫੇਮੇਗਾ। ਤੋ ਆਪਾਂ ਦੇਖਦੇ ਹਾਂ ਕਿ ਇਹ ਪ੍ਰੋਫੈਸੀ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਇਜ਼ਰਾਈਲ ਦੀਆਂ ਕੁੜੀਆਂ ਉਸ ਸਮੇਂ ਕੁਆਰੀਆਂ ਰਹਿੰਦੀਆਂ ਸੀ, ਪਰ ਨਾਲ ਦੀ ਨਾਲ ਕਿਸੇ ਨੂੰ ਇਹ ਨਹੀਂ ਸੀ ਕਿ ਅਸੀਂ ਪਵਿੱਤਰਤਾ ਹੀ ਵੀ ਪ੍ਰਭੂ ਮੰਗਦਾ ਹੈ। ਪਰਮੇਸ਼ਵਰ ਸਿਰਫ ਸਰੀਰ ਦਾ ਕੁਆਰਾਪਨ ਨਹੀਂ, ਆਤਮਾ ਦਾ ਵੀ ਕੁਆਰਾਪਨ ਮੰਗਦਾ ਹੈ। ਤੇ ਮਰੀਅਮ ਇੱਕ ਅਜਿਹੀ ਲੜਕੀ ਸੀ ਜੋ ਆਤਮਾ ਤੇ ਸਰੀਰ ਦੋਨਾਂ ਦੇ ਵਿੱਚ ਕੁਆਰੇਪਨ ਸੀ ਅਤੇ ਪ੍ਰਭੂ ਦੀਆਂ ਪੂਰੀਆਂ ਆਗਿਆਵਾਂ ਨੂੰ ਮੰਨਦੀ ਸੀ, ਪਰਮੇਸ਼ਵਰ ਨੂੰ ਆਪਣੇ ਤਹਿ ਦਿਲੋਂ ਪਿਆਰ ਕਰਦੀ ਸੀ। ਸੋ ਮਰੀਅਮ ਦੇ ਕੁੱਖ ਤੋਂ ਉਸ ਬੱਚੇ ਨੇ ਜਨਮ ਲਿਆ। ਅਸੀਂ ਦੇਖਦੇ ਹਾਂ ਕਿ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਪਰਮੇਸ਼ਵਰ ਨੇ ਖੁਦ ਇਹ ਆਗਿਆਵਾਂ ਲਿਖਵਾਈਆਂ, ਅਗਰ ਕੋਈ ਇਸਤਰੀ ਬਿਨਾਂ ਵਿਆਹ ਤੋਂ ਕਿਸੇ ਦੇ ਨਾਲ ਰਿਲੇਸ਼ਨ ਬਣਾਉਂਦੀ ਆ ਤਾਂ ਉਹ ਇਸਤਰੀ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਵੇ। ਸੋ ਆਪਾਂ ਗੱਲ ਕਰਦੇ ਹਾਂ ਕਿ ਦੇਖਦੇ ਹਾਂ ਕਿ ਮਾਤਾ ਮਰੀਅਮ ਜੋ ਜਿਸ ਦੇ ਬਾਰੇ ਪਰਮੇਸ਼ਵਰ ਦੇ ਸਵਰਗਦੂਤਾਂ ਨੇ ਉਸ ਨੂੰ ਦੱਸਿਆ ਕਿ ਤੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਗਰਭਵਤੀ ਹੋਊਗੀ ਅਤੇ ਇੱਕ ਬੱਚੇ ਨੂੰ ਜਨਮ ਦੇਊਗੀ ਜਿਸਦਾ ਨਾਮ ਹੈ ਯਿਸੂ। ਤੇ ਉਸਨੇ ਇਸ ਨੂੰ ਸੁਣ ਕੇ ਬੜਾ ਹੀ ਉਹ ਡਰ ਗਈ ਕਿ ਮੈਂ ਤਾਂ ਹਜੇ ਵਿਆਹੀ ਨਹੀਂ ਹੈਗੀ, ਵੀ ਮੈਂ ਕਿੱਦਾਂ ਜਨਮ ਦਊਂਗੀ ਬੱਚੇ ਨੂੰ, ਵੀ ਲੋਕਾਂ ਨੇ ਤਾਂ ਮੈਨੂੰ ਛੱਡਣਾ ਨਹੀਂ ਹੈਗਾ। ਸੋ ਪਰ ਬੜਾ ਔਖਾ ਸੀ ਇਸ ਆਗਿਆ ਨੂੰ ਮੰਨਣਾ। ਸਭ ਤੋਂ ਪਹਿਲਾਂ ਪਰਮੇਸ਼ਵਰ ਨੇ ਉਸ ਔਰਤ ਦੁਆਰਾ ਜਿਸ ਨੇ ਆਗਿਆ ਤੋੜੀ ਸੀ ਆਗਿਆਕਾਰੀ ਕਰਵਾਈ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਬਾਈਬਲ ਦੱਸਦੀ ਹੈ ਕਿ ਔਰਤ ਨੇ ਹੀ ਅਣਆਗਿਆਕਾਰੀ ਕੀਤੀ। ਪਰਮੇਸ਼ਵਰ ਨੇ ਉਸ ਤੋਂ ਅਜਿਹੀ ਆਗਿਆਕਾਰੀ ਕਰਵਾਈ ਜੋ ਕਿ ਕਰਨੀ ਬਹੁਤ ਹੀ ਔਖੀ ਸੀਗੀ, ਬਹੁਤ ਹੀ ਜ਼ਿਆਦਾ। ਸੋ ਬਾਈਬਲ ਦੱਸਦੀ ਹੈ ਕਿ ਜਦ ਕਿ ਕੁਆਰੀ ਜਦੋਂ ਕਿਸੇ ਰਿਲੇਸ਼ਨ 'ਚ ਹੋਵੇ ਉਸ ਨੂੰ ਪੱਥਰ ਮਾਰ ਦਿੱਤੇ ਜਾਣ, ਫਿਰ ਜੇ ਕੁਆਰੀ ਬੱਚੇ ਨੂੰ ਜਨਮ ਦੇਵੇ ਤਾਂ ਉਹਦੇ ਬਾਰੇ ਪਤਾ ਲੱਗ ਜਾਵੇਗਾ ਤਾਂ ਕੀ ਹੋਵੇਗਾ, ਉਸ ਨੂੰ ਕਿੱਦਾਂ ਜਿੰਦਾ ਛੱਡਿਆ ਜਾਵੇਗਾ। ਸੋ ਆਪਾਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਮਾਤਾ ਮਰੀਅਮ ਦੀ ਕੁੱਖ 'ਚੋਂ ਹੋਇਆ ਤੇ ਉਸਨੇ ਇਸ ਆਗਿਆ ਨੂੰ ਨਿਭਾਇਆ। ਫਿਰ ਆਪਾਂ ਦੇਖਦੇ ਹਾਂ ਕਿ ਆਦਮ ਜੋ ਉਸਦਾ ਘਰ ਵਾਲਾ ਯੂਸਫ ਸੀ, ਉਸ ਤੋਂ ਕਿੱਦਾਂ ਪਰਮੇਸ਼ਵਰ ਨੇ ਆਗਿਆਕਾਰੀ ਲਈ ਕਿ ਉਹ ਵੀ ਆਗਿਆਕਾਰੀ ਨੂੰ ਤੋੜ ਚੁੱਕਾ ਸੀ। ਸੇਮ ਜਿੱਦਾਂ ਕਿ ਇੱਕ ਕੁਆਰੀ ਕੁੜੀ ਵਾਸਤੇ ਸੀਗਾ, ਮਰਦ ਵਾਸਤੇ ਵੀ ਸੇਮ ਹੀ ਸੀਗਾ। ਉਹ ਵੀ ਅਗਰ ਕਿਸੇ ਕੁੜੀ ਦੇ ਨਾਲ ਗਲਤ ਰਿਲੇਸ਼ਨਾਂ ਦੇ ਵਿੱਚ ਪਾਇਆ ਜਾਂਦਾ ਸੀ ਤਾਂ ਉਸ ਨੂੰ ਵੀ ਸੇਮ ਹੀ ਪੱਥਰਾਂ ਦੇ ਨਾਲ ਮਾਰ ਦਿੱਤਾ ਜਾਂਦਾ ਸੀ ਕਿ ਜੇਕਰ ਉਸ ਇਸਤਰੀ ਦੇ ਨਾਲ ਵਿਆਹ ਨਹੀਂ ਹੈ ਤਾਂ ਉਸ ਸਰੀਰਕ ਸੰਬੰਧਾਂ ਦੇ ਵਿੱਚ ਜੁਟ ਵੀ ਨਹੀਂ ਸਕਦਾ ਸੀ। ਪਰ ਉਹਨਾਂ ਦੋਨਾਂ ਨੇ ਆਗਿਆਕਾਰੀ ਨੂੰ ਨਿਭਾਇਆ। ਇਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਜੋ ਵੀ ਸਵਰਗਦੂਤਾਂ ਦੁਆਰਾ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਨੂੰ ਪੂਰਾ ਮੰਨਿਆ ਕਿ ਕਿਸ ਤਰ੍ਹਾਂ ਉਹ ਖੋਜਾਂ ਦੇ ਦੇਖਣ ਤੋਂ ਬਾਅਦ ਜਦੋਂ ਖੋਜੇ ਉਸ ਨੂੰ ਬੱਚੇ ਨੂੰ ਦੇਖਣ ਆਏ ਅਤੇ ਉਹ ਜਦੋਂ ਜਾ ਰਹੇ ਸੀ, ਜਿਸ ਤਰ੍ਹਾਂ ਖੋਜਿਆਂ ਨੂੰ ਹੈਰੋਦੇਸ ਨੇ ਭੇਜਿਆ ਸੀਗਾ ਕਿ ਜਦੋਂ ਉਹ ਬੱਚਾ ਮਿਲੇ ਤਾਂ ਮੈਨੂੰ ਦੱਸਣਾ,
ਇਸੇ ਤਰ੍ਹਾਂ ਹੈਰੋਦੇਸ ਨੇ ਬਹੁਤ ਸਾਰੇ ਅਜਿਹੇ ਬੰਦੇ ਦੱਸੇ ਹੋਏ ਸੀਗੇ, ਛੱਡੇ ਹੋਏ ਸੀਗੇ ਕਿ ਕਿਸੇ ਤਰ੍ਹਾਂ ਉਹ ਬੱਚਾ ਮੈਨੂੰ ਮਿਲ ਜਾਵੇ, ਮੈਂ ਉਹਨੂੰ ਮਾਰ ਦੇਵਾਂ। ਸੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਸੇਮ ਅੱਜ ਯਿਸੂ ਮਸੀਹ ਜਦੋਂ ਜਨਮ ਲੈਂਦੇ ਆ, ਤੇ ਇਸੇ ਤਰ੍ਹਾਂ ਦਾ ਹੈਰੋਦੇਸ ਅੱਜ ਵੀ ਜੀਵਤ ਹੈ, ਜੋ ਕਿ ਸਾਡੇ ਅੰਦਰ ਉਸ ਯਿਸੂ ਮਸੀਹ ਨੂੰ ਮਾਰਨਾ ਚਾਹੁੰਦਾ। ਅੱਜ ਉਹ ਕਿਸ ਹਥਿਆਰ ਦਾ ਇਸਤੇਮਾਲ ਕਰ ਰਿਹਾ? ਉਹ ਵਿਵਚਾਰ ਦਾ, ਕਾਮ, ਕ੍ਰੋਧ, ਮੋਹ, ਹੰਕਾਰ, ਜਾਂ ਕਿ ਵੈਰ ਵਿਰੋਧ, ਇਸ ਤਰ੍ਹਾਂ ਦੀਆਂ ਕਾਮਨਾਵਾਂ ਦਾ ਉਹ ਸਾਡੇ ਸਰੀਰ ਦੇ ਵਿੱਚ ਇਸਤੇਮਾਲ ਕਰਦਾ। ਜਾਂ ਸਾਡੇ ਅੰਦਰ ਕੋਈ ਅਜਿਹੀ ਗੱਲ ਪਾਉਂਦਾ ਕਿ ਤੇਰਾ ਤਾਂ ਕੋਈ ਫਾਇਦਾ ਨਹੀਂ ਹੋਇਆ ਪ੍ਰਭੂ ਨੂੰ ਮੰਨਣ ਨਾਲ, ਤੇਰੀ ਬਿਮਾਰੀ ਨਹੀਂ ਗਈ। ਜਾਂ ਬਹੁਤ ਸਾਰੇ ਲੋਕ ਕਿ ਨਹੀਂ ਤੂੰ ਇਹ ਅੰਗਰੇਜ਼ਾਂ ਦਾ ਗੁਰੂ ਆ, ਆਪਾਂ ਕਹਤੇ ਮੰਨਣਾ, ਹੈ ਨਾ। ਬੜੀਆਂ ਅਲੱਗ-ਅਲੱਗ ਸਾਡੇ ਅੰਦਰ ਉਹ ਗੱਲਾਂ ਪਾਉਂਦਾ। ਸੋ ਸਾਨੂੰ ਚਾਹੀਦਾ ਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਜੁਟੇ ਰਹੀਏ, ਕਿਉਂਕਿ ਪ੍ਰਭੂ ਯਿਸੂ ਮਸੀਹ ਹੀ ਇੱਕ ਜੀਵਤ ਪਰਮੇਸ਼ਵਰ ਹੈ, ਉਹੀ ਜੀਵਨਦਾਇਕ ਹੈ। ਸੋ ਬਾਈਬਲ ਬਿਆਨ ਕਰਦੀ ਹੈ ਕਿ ਪ੍ਰਭੂ ਯਿਸੂ ਮਸੀਹ ਇੱਕ ਅਜਿਹੇ ਪਰਮੇਸ਼ਵਰ ਸੀ ਜਿਹੜੇ ਕਿ ਚਾਹੁੰਦੇ ਤਾਂ ਸਵਰਗਦੂਤਾਂ ਦੀ ਡਾਰ ਦੇ ਨਾਲ ਆਪਣੇ ਆਪ ਨੂੰ ਉਸ ਕਰੂਸ ਦੀ ਤਾੜਨਾ ਤੋਂ ਬਚਾ ਸਕਦੇ ਸੀ, ਪਰ ਪ੍ਰਭੂ ਯਿਸੂ ਮਸੀਹ ਨੇ ਅਜਿਹਾ ਕੁਝ ਨਹੀਂ ਕੀਤਾ। ਉਹਨਾਂ ਨੇ ਪਰਮੇਸ਼ਵਰ ਯਹੋਵਾ ਦੀ ਜੋ ਬਾਣੀ ਸੀ, ਜੋ ਕਿ ਬਾਣੀ ਅਨੁਸਾਰ ਪਾਪਾਂ ਦੀ ਮਾਫੀ ਖੂਨ ਤੋਂ ਇਲਾਵਾ ਹੈ ਹੀ ਨਹੀਂ ਸੀ, ਕਿ ਉਸ ਜਿਸ ਤਰ੍ਹਾਂ ਬਾਈਬਲ ਪੁਰਾਣੇ ਸਮੈਸਟਰ ਦੇ ਵਿੱਚ ਭੇਡ ਬੱਕਰਿਆਂ ਦੇ ਖੂਨ ਬਾਰੇ ਬਿਆਨ ਕਰਦੀ ਆ। ਬਾਈਬਲ 'ਚ ਲਿਖਿਆ ਕਿ ਪਰਮੇਸ਼ਵਰ ਜਦੋਂ ਬਲੀ ਮੰਗਦਾ ਸੀਗਾ ਤੇ ਉਸ ਨੂੰ ਜੋ ਉਸ ਦੇ ਲਈ ਭੇਡ ਜਾਂ ਬੱਕਰਾ ਬਲੀ ਲਈ ਜਾਂ ਬੈਲ ਦਿੱਤਾ ਜਾਂਦਾ ਸੀ, ਕਿ ਉਹ ਬਿਲਕੁਲ ਨਿਰਦੋਸ਼ ਹੋਣਾ ਚਾਹੀਦਾ ਸੀ। ਮਤਲਬ ਕਿ ਉਹ ਕਦੇ ਬੈਲ ਹੋਵੇ ਤਾਂ ਉਹ ਗੱਡੇ ਦੇ ਥੱਲੇ ਨਾ ਆਇਆ ਹੋਵੇ, ਉਹਦੇ ਕੋਈ ਜ਼ਖਮ ਨਾ ਹੋਵੇ, ਉਹਦਾ ਕਿਸੇ ਨਾਲ ਸਰੀਰਕ ਸੰਬੰਧ ਨਾ ਹੋਇਆ ਹੋਵੇ, ਅਤੇ ਉਹ ਕੋਈ ਰੋਗ ਨਾ ਉਸ ਨੂੰ ਲੱਗਾ ਹੋਵੇ। ਇਸ ਤਰ੍ਹਾਂ ਦਾ ਹੀ ਪਰਮੇਸ਼ਵਰ ਨੂੰ ਖੂਨ ਪਸੰਦ ਸੀਗਾ, ਕਿ ਇਹ ਕਹਿਣ ਦਾ ਮਤਲਬ ਪਰਮੇਸ਼ਵਰ ਚਿੰਨ੍ਹ ਦਿੰਦਾ ਸੀਗਾ ਕਿ ਉਸ ਨੂੰ ਪਵਿੱਤਰ ਲਹੂ ਦੀ ਲੋੜ ਸੀ, ਅਤੇ ਉਹ ਲਹੂ ਯਿਸੂ ਮਸੀਹ ਨਾਸਰੀ ਸਾਡੇ ਲਈ ਕਰੂਸ ਦੇ ਉੱਤੇ ਬਹਾ ਕੇ ਗਿਆ। ਉਸ ਲਹੂ ਦੇ ਕਾਰਨ ਹੀ ਅਸੀਂ ਅੱਜ ਜੀਵਤ ਹਾਂ, ਕਿਉਂਕਿ ਪ੍ਰਭੂ ਨੇ ਸਾਨੂੰ ਉਸ ਨਰਕ ਦੀ ਅੱਗ ਤੋਂ ਛੁਟਕਾਰਾ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਨਰਕ ਦੀ ਅੱਗ ਤੋਂ ਉਸ ਕਰੂਸ ਦੀ ਤਾੜਨਾ ਨੂੰ ਝੱਲ ਕੇ ਛੁਟਕਾਰਾ ਦਿੱਤਾ। ਸੋ ਅਸੀਂ ਅੱਜ ਪ੍ਰਭੂ ਦਾ ਬਹੁਤ ਲੱਖਾਂ ਕਰੋੜਾਂ ਵਾਰ ਧੰਨਵਾਦ ਕਰਦੇ ਹਾਂ ਕਿ ਜਿਸ ਨੇ ਸਾਨੂੰ ਇੱਕ ਵਧੀਆ ਅਨੰਤ ਜੀਵਨ ਦਿੱਤਾ। ਯਿਸੂ ਮਸੀਹ ਨੇ ਕਿਹਾ, ਰਾਹ ਅਤੇ ਸੱਚਾਈ ਮੈਂ ਹਾਂ, ਜੋ ਕੋਈ ਮੇਰੇ ਪਿੱਛੇ ਚੱਲੇਗਾ ਉਹ ਅਨੰਤ ਕਾਲ ਤੱਕ ਜੀਵਨ ਜੀਵੇਗਾ। ਸੱਚਮੁੱਚ ਪ੍ਰਭੂ ਯਿਸੂ ਮਸੀਹ ਤੋਂ ਬਿਨਾਂ ਕੋਈ ਵੀ ਰਾਹ ਅਤੇ ਸੱਚਾਈ ਨਹੀਂ ਆ, ਅਤੇ ਸੱਚਮੁੱਚ ਪ੍ਰਭੂ ਯਿਸੂ ਮਸੀਹ ਹੀ ਜੀਵਨ ਦਾ ਇੱਕ ਪਰਮੇਸ਼ਵਰ ਆ। ਸੋ ਮੈਂ ਚਾਹੁੰਦਾ ਹਾਂ ਕਿ ਸਾਰੇ ਪ੍ਰਭੂ ਯਿਸੂ ਮਸੀਹ ਦੇ ਜਨਮ ਦੀਆਂ ਖੁਸ਼ੀਆਂ ਨੂੰ ਦੂਰ ਤੱਕ ਫੈਲਾਉਣ ਅਤੇ ਸਾਰਿਆਂ ਨਾਲ ਸ਼ੇਅਰ ਕਰਨ, ਤਾਂ ਕਿ ਸਾਰੇ ਲੋਕ ਇਸ ਪਿਆਰ ਦੇ ਸੁਨੇਹੇ ਨੂੰ ਆਪਣੀ ਜ਼ਿੰਦਗੀਆਂ ਦੇ ਵਿੱਚ ਬੰਨ੍ਹ ਲੈਣ। ਜਿਸ ਤਰ੍ਹਾਂ ਸਾਡੇ ਤੱਕ ਇਹ ਪ੍ਰਭੂ ਦਾ ਸੁਸਮਾਚਾਰ ਆਇਆ, ਅਸੀਂ ਅੱਜ ਆਪਣੀ ਜ਼ਿੰਦਗੀ ਦਾ ਇਸ ਸੁਸਮਾਚਾਰ ਨੂੰ ਹਿੱਸਾ ਬਣਾ ਲਿਆ, ਅਤੇ ਪ੍ਰਭੂ ਨੇ ਸਾਨੂੰ ਉਸ ਨਰਕ ਦੀ ਅੱਗ 'ਚ ਜਾਣ ਤੋਂ ਬਚਾਇਆ। ਮੈਂ ਚਾਹੁੰਦਾ ਹਾਂ ਕਿ ਸਾਡੀ ਹੀ ਤਰ੍ਹਾਂ ਹੋਰ ਵੀ ਭੈਣ ਭਰਾ ਬਹੁਤ ਨੇ ਜੋ ਕਿ ਦੇਵੀ ਦੇਵਤਿਆਂ ਦੇ ਵਿੱਚ, ਕਹਿਣ ਦਾ ਮਤਲਬ ਸੰਸਾਰ ਦੀਆਂ ਰਿੱਧੀਆਂ ਸਿੱਧੀਆਂ ਵਾਲੇ ਚਮਤਕਾਰੀ ਬਾਬਿਆਂ ਦੇ ਪਿੱਛੇ ਪਏ ਨੇ, ਉਹਨਾਂ ਤੋਂ ਛੁਟਕਾਰਾ ਪਾਉਣ। ਸੋ ਪਲੀਜ਼ ਸਾਰਿਆਂ ਨੂੰ ਇਹ ਵੀਡੀਓ ਸ਼ੇਅਰ ਕਰਨਾ, ਤਾਂ ਕਿ ਪ੍ਰਭੂ ਤੁਹਾਨੂੰ ਇੱਕ ਬਲ ਦੇਵੇ ਕਿ ਜਿੱਦਾਂ ਉਹਨੇ ਸਾਨੂੰ ਇਸਤੇਮਾਲ ਕੀਤਾ ਉਸੇ ਤਰ੍ਹਾਂ ਤੁਹਾਨੂੰ ਵੀ ਇਸਤੇਮਾਲ ਕਰੇ। ਸੋ ਸਾਰਿਆਂ ਨੂੰ ਕ੍ਰਿਸਮਸ ਦੀਆਂ ਬਹੁਤ ਮੁਬਾਰਕਾਂ। ਸਾਰਿਆਂ ਨੂੰ ਜੈ ਮਸੀਹ ਦੀ।